अध्याय 26 कवियां। एक ता सीन मीम। दो ए रोशन किताब दियां आयतां हन। तिन हे नबी, शायद इस चिंता विच कि ਉਹ ਮੱਕੇ ਦੇ ਲੋਕ ਈਮਾਨ ਨਹੀਂ ਲਿਆਉਂਦੇ, ਤੁਸੀਂ ਆਪਣੇ ਆਪ ਨੂੰ ਹਲਾਕ ਹੀ ਨਾ ਕਰ ਦਿਓ। 4 ਜੇ ਅਸੀਂ ਚਾਹੀਏ ਤਾਂ ਆਕਾਸ਼ ਤੋਂ ਕੋਈ ਅਜਿਹੀ ਨਿਸ਼ਾਨੀ ਉਤਾਰ ਸਕਦੇ ਹਾਂ ਜਿਸ ਅੱਗੇ ਉਹਨਾਂ ਦੀਆਂ ਗਰਦਨਾਂ ਨੀਵੀਆਂ ਹੋ ਜਾਣ। 5 ਜਦੋਂ ਵੀ ਉਹਨਾਂ ਲੋਕਾਂ ਕੋਲ ਰਹਿਮਾਨ ਵੱਲੋਂ ਕੋਈ ਨਵੀਂ ਨਸੀਹਤ ਆਉਂਦੀ ਹੈ ਤਾਂ ਉਹ ਉਸ ਤੋਂ ਮੂੰਹ ਮੋੜ ਲੈਂਦੇ ਹਨ। 6 ਉਹਨਾਂ ਲੋਕਾਂ ਨੇ ਇਸ ਕੁਰਾਨ ਨੂੰ ਝੁਠਲਾਇਆ ਹੈ, ਹੁਣ ਛੇਤੀ ਹੀ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਉਹ ਕੀ ਹੈ ਜਿਸ ਦੀ ਇਹ ਖਿੱਲੀ ਉਡਾਉਂਦੇ ਹਨ। 7 ਕਿ ਉਹਨਾਂ ਨੇ ਧਰਤੀ ਵੱਲ ਗੌਰ ਨਾਲ ਨਹੀਂ ਵੇਖਿਆ ਕਿ ਅਸੀਂ ਇਸ ਵਿੱਚ ਕਿੰਨੀਆਂ ਵਧੀਆ ਚੀਜ਼ਾਂ ਉਗਾਈਆਂ ਹਨ। 8 ਬੇਸ਼ੱਕ ਇਸ ਵਿੱਚ ਅੱਲਾਹ ਦੀ ਨਿਸ਼ਾਨੀ ਹੈ, ਪਰ ਫੇਰ ਵੀ ਉਹਨਾਂ ਵਿੱਚੋਂ ਬਹੁਤੇ ਲੋਕ ਨਹੀਂ ਮੰਨਦੇ, ਈਮਾਨ ਨਹੀਂ ਲਿਆਉਂਦੇ। 9 हे ਮੁਹੰਮਦ, ਬੇਸ਼ੱਕ ਤੇਰਾ ਰੱਬ ਡਾਢਾ ਜ਼ੋਰਾਵਰ ਅਤੇ ਰਹਿਮ ਫਰਮਾਉਣ ਵਾਲਾ ਹੈ। 1 ਸਿਫਰ ਅਤੇ ਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਹਾਡੇ ਰੱਬ ਨੇ ਮੂਸਾ ਨੂੰ ਆਵਾਜ਼ ਦਿੱਤੀ ਸੀ ਕਿ ਜ਼ਾਲਮ ਕੌਮ ਵੱਲ ਜਾ। 1 ਭਾਵ ਫਿਰੌਨ ਦੀ ਕੌਮ ਕੋਲ ਜਾ ਕਿ ਉਹ ਰੱਬ ਤੋਂ ਡਰਦੇ ਨਹੀਂ। 2 ਮੂਸਾ ਨੇ ਕਿਹਾ ਕਿ ਮੇਰੇ ਰੱਬਾ, ਮੈਂ ਇਸ ਗੱਲ ਤੋਂ ਡਰਦਾ ਹਾਂ ਕਿ ਉਹ ਮੈਨੂੰ ਝੁਠਲਾ ਦੇਣਗੇ। 3 ਮੇਰਾ ਦਮ ਘੁੱਟ ਰਿਹਾ ਹੈ ਤੇ ਨਾ ਹੀ ਮੈਥੋਂ ਚੰਗੀ ਤਰ੍ਹਾਂ ਬੋਲਿਆ ਜਾਂਦਾ ਹੈ। ਤੂੰ ਹਾਰੂਨ ਨੂੰ ਹੁਕਮ ਦੇ ਕਿ ਉਹ ਮੇਰੇ ਨਾਲ ਫਿਰੌਨ ਕੋਲ ਜਾਵੇ। 4 ਮੇਰੇ ਸਿਰ ਉਹਨਾਂ ਵੱਲੋਂ ਇੱਕ ਅਪਰਾਧ ਦਾ ਦੋਸ਼ ਵੀ ਹੈ, ਮੈਨੂੰ ਡਰ ਹੈ ਕਿ ਕਿਤੇ ਮੈਨੂੰ ਉਹ ਕਤਲ ਹੀ ਨਾ ਕਰ ਦੇਣ। 5 ਅੱਲਾਹ ਨੇ ਆਖਿਆ ਕਿ ਉਕਾ ਨਹੀਂ ਘਬਰਾਉਣਾ, ਤੁਸੀਂ ਦੋਵੇਂ ਮੂਸਾ ਤੇ ਹਾਰੂਨ ਮੇਰੀਆਂ ਨਿਸ਼ਾਨੀਆਂ ਲੈ ਕੇ ਜਾਓ। ਅਸਾਂ ਤੁਹਾਡੇ ਅੰਗ ਸੰਗ ਸਭ ਕੁਝ ਸੁਣਦੇ ਹਾਂ। 600 ਤੁਸੀਂ ਫਿਰੌਨ ਕੋਲ ਜਾਓ ਅਤੇ ਆਖੋ ਕਿ ਅਸੀਂ ਸਾਰੇ ਜਹਾਨਾਂ ਦੇ ਰੱਬ ਦੇ ਰਸੂਲ ਹਾਂ। 7 ਅਤੇ ਆਖੋ ਕਿ ਬਨੀ ਇਸਰਾਈਲ ਨੂੰ ਸਾਡੇ ਨਾਲ ਜਾਣ ਲਈ ਆਜ਼ਾਦ ਕਰ ਦੇ। 8 ਫਿਰੌਨ ਨੇ ਮੂਸਾ ਨੂੰ ਕਿਹਾ ਕਿ ਅਸੀਂ ਤੈਨੂੰ ਨਿੱਕੇ ਹੁੰਦੇ ਆਪਣੇ ਵਿਚਾਲੇ ਪਾਲਿਆ ਪੋਸਿਆ ਨਹੀਂ ਸੀ, ਅਤੇ ਤੂੰ ਆਪਣੀ ਉਮਰ ਦੇ ਕਈ ਵਰੇ ਸਾਡੇ ਵਿੱਚ ਨਹੀਂ ਸੀ ਲੰਘਾਏ। 9 ਫੇਰ ਤੂੰ ਉਹ ਕੰਮ ਕਰ ਗਿਆ, ਭਾਵ ਇੱਕ ਬੰਦੇ ਨੂੰ ਕਤਲ ਕੀਤਾ, ਜਿਹੜਾ ਤੂੰ ਕਰਨਾ ਸੀ। ਤੂੰ ਤਾਂ ਇੱਕ ਨਾ ਸ਼ੁਕਰਾ ਵਿਅਕਤੀ ਹੈ। 2 ਸਿਫਰ ਮੂਸਾ ਨੇ ਉੱਤਰ ਦਿੱਤਾ ਕਿ ਮੈਥੋਂ ਉਹ ਕਤਲ ਉਸ ਸਮੇਂ ਹੋਇਆ ਸੀ ਜਦੋਂ ਮੈਂ ਰਾਹ ਭੁੱਲੇ ਹੋਏ ਲੋਕਾਂ ਵਿੱਚੋਂ ਸੀ। 2 ਅਤੇ ਮੈਂ ਤੁਹਾਡੇ ਡਰ ਕਾਰਨ ਤੁਹਾਡੇ ਕੋਲੋਂ ਨਸ ਗਿਆ ਸੀ, ਫੇਰ ਮੇਰੇ ਰੱਬ ਨੇ ਮੈਨੂੰ ਆਦੇਸ਼ ਤੇ ਗਿਆਨ ਨਾਲ ਬਖਸ਼ਿਆ ਅਤੇ ਮੈਨੂੰ ਪੈਗੰਬਰਾਂ ਵਿੱਚ ਸ਼ਾਮਲ ਕਰ ਲਿਆ। 2 ਕਿ ਮੇਰੇ ਉੱਤੇ ਤੇਰਾ ਇਹੋ ਅਹਿਸਾਨ ਹੈ ਜਿਸ ਨੂੰ ਤੂੰ ਜਤਾ ਰਿਹਾ ਹੈ, ਜਦ ਕਿ ਬਨੀ ਇਸਰਾਈਲ ਮੇਰੀ ਕੌਮ ਨੂੰ ਤੂੰ ਗੁਲਾਮ ਬਣਾ ਛੱਡਿਆ ਹੈ। 3 ਫਿਰੌਨ ਨੇ ਕਿਹਾ ਕਿ ਸਾਰੇ ਜਹਾਨਾਂ ਦਾ ਪਾਲਣਹਾਰ ਕੀ ਚੀਜ਼ ਹੈ। 4 ਮੂਸਾ ਨੇ ਉੱਤਰ ਵਿੱਚ ਕਿਹਾ ਕਿ ਉਹ ਆਕਾਸ਼ ਤੇ ਧਰਤੀ ਵਿਚਾਲੇ ਹਰੇਕ ਚੀਜ਼ ਦਾ ਮਾਲਿਕ ਹੈ, ਜੇਕਰ ਤੁਸੀਂ ਵਿਸ਼ਵਾਸ ਕਰਨ ਵਾਲੇ ਹੋ ਤਾਂ ਕਰ ਲਓ। 5 ਫਿਰੌਨ ਨੇ ਆਪਣੇ ਆਲੇ ਦੁਆਲੇ ਬੈਠੇ ਲੋਕਾਂ ਨੂੰ ਕਿਹਾ ਕਿ ਕੀ ਤੁਸੀਂ ਸੁਣ ਰਹੇ ਹੋ, ਮੂਸਾ ਕੀ ਕਹਿ ਰਿਹਾ ਹੈ। 6 ਮੂਸਾ ਨੇ ਹੋਰ ਕਿਹਾ ਕਿ ਉਹ ਤੇਰਾ ਵੀ ਰੱਬ ਹੈ ਅਤੇ ਤੇਰੇ ਪਿਓ ਦਾਦਿਆਂ ਤੋਂ ਵੀ ਪਹਿਲਾਂ ਦਾ ਰੱਬ ਹੈ। 7 ਫਿਰੌਨ ਨੇ ਦਰਬਾਰੀਆਂ ਨੂੰ ਕਿਹਾ ਕਿ ਇਹ ਪੈਗੰਬਰ ਜਿਹੜਾ ਤੁਹਾਡੇ ਵੱਲ ਭੇਜਿਆ ਗਿਆ ਹੈ ਇਹ ਤਾਂ ਝੱਲਾ ਲੱਗਦਾ ਹੈ।
2:8 ਮੂਸਾ ਨੇ ਕਿਹਾ ਕਿ ਹੇ ਫਿਰੌਨ, ਉਹੀਓ ਪੂਰਬ ਤੇ ਪੱਛਮ ਦਾ ਅਤੇ ਉਹਨਾਂ ਵਿਚਾਲੇ ਸਾਰੀਆਂ ਵਸਤੂਆਂ ਦਾ ਮਾਲਿਕ ਹੈ, ਸਮਝੋ ਜੇ ਤੁਸੀਂ ਅਕਲ ਵਾਲੇ ਹੋ। 2:9 ਉਸ ਫਿਰੌਨ ਨੇ ਮੂਸਾ ਨੂੰ ਧਮਕਾਉਂਦੇ ਹੋਏ ਕਿਹਾ ਕਿ ਜੇ ਤੂੰ ਮੈਥੋਂ ਛੁੱਟ ਕਿਸੇ ਹੋਰ ਨੂੰ ਇਸ਼ਟ ਬਣਾਇਆ ਤਾਂ ਮੈਂ ਤੈਨੂੰ ਕੈਦੀਆਂ ਵਿੱਚ ਸ਼ਾਮਲ ਕਰ ਦਿਆਂਗਾ। 3:0 ਮੂਸਾ ਨੇ ਕਿਹਾ ਕਿ ਜੇ ਮੈਂ ਤੇਰੇ ਸਾਹਮਣੇ ਆਪਣੇ ਰਸੂਲ ਹੋਣ ਦੀ ਕੋਈ ਸਪਸ਼ਟ ਨਿਸ਼ਾਨੀ ਲੈ ਆਵਾਂ, ਕੀ ਫੇਰ ਵੀ ਕੈਦ ਕਰੋਗੇ? 3:1 ਕਿਹਾ ਫਿਰੌਨ ਨੇ ਕਿ ਜੇ ਤੂੰ ਸੱਚਾ ਹੈ ਤਾਂ ਮੈਨੂੰ ਉਸ ਨਿਸ਼ਾਨੀ ਨੂੰ ਵਿਖਾ। 3:2 ਮੂਸਾ ਨੇ ਉਸੇ ਵੇਲੇ ਧਰਤੀ ਤੇ ਆਪਣੀ ਲਾਠੀ ਸੁੱਟ ਦਿੱਤੀ ਜਿਹੜੀ ਅਚਨਚੇਤ ਇੱਕ ਸੱਪ ਦੇ ਰੂਪ ਵਿੱਚ ਆ ਗਈ। 3:3 ਅਤੇ ਜਦੋਂ ਆਪਣਾ ਹੱਥ ਬਗਲੋਂ ਕੱਢਿਆ ਤਾਂ ਦਰਸ਼ਕਾਂ ਨੂੰ ਉਹ ਉਸੇ ਵੇਲੇ ਲਿਸ਼ਕਾਰੇ ਮਾਰਦਾ ਹੋਇਆ ਵਿਖਾਈ ਦੇਣ ਲੱਗ ਪਿਆ। 3:4 ਫਿਰੌਨ ਆਪਣੇ ਆਲੇ ਦੁਆਲੇ ਬੈਠੇ ਸਰਦਾਰਾਂ ਨੂੰ ਕਹਿਣ ਲੱਗਿਆ ਕਿ ਇਹ ਤਾਂ ਕੋਈ ਬਹੁਤ ਵੱਡਾ ਜਾਦੂਗਰ ਹੈ। 3:5 ਉਹ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਤੁਹਾਡੀ ਧਰਤੀ ਦੇਸ ਚੋਂ ਕੱਢ ਦੇਣਾ ਚਾਹੁੰਦਾ ਹੈ, ਹੁਣ ਦੱਸੋ ਮੈਨੂੰ ਕੀ ਹੁਕਮ ਹੈ? 3:6 ਉਹਨਾਂ ਸਭ ਨੇ ਕਿਹਾ ਕਿ ਤੁਸੀਂ ਇਸ ਮੂਸਾ ਨੂੰ ਅਤੇ ਇਸ ਦੇ ਭਰਾ ਹਾਰੂਨ ਨੂੰ ਰੋਕ ਕੇ ਰੱਖੋ ਅਤੇ ਸਾਰੇ ਸ਼ਹਿਰਾਂ ਵਿੱਚ ਹਰਕਾਰੇ ਭੇਜ ਦਿਓ। 3:7 ਜਿਹੜੇ ਤੁਹਾਡੇ ਕੋਲ ਮਾਹਿਰ ਜਾਦੂਗਰਾਂ ਨੂੰ ਲਿਆਉਣ। 3:8 ਫੇਰ ਇੱਕ ਨਿਸ਼ਚਿਤ ਦਿਨ ਸਾਰੇ ਹੀ ਜਾਦੂਗਰ ਇਕੱਠਾ ਕੀਤੇ ਗਏ। 3:9 ਅਤੇ ਆਮ ਲੋਕਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਸਾਰੇ ਵੀ ਆਇਓ। 4:0 ਤਾਂ ਜੋ ਜੇ ਜਾਦੂਗਰ ਕਾਮਯਾਬ ਹੋ ਜਾਣ ਤਾਂ ਅਸੀਂ ਉਹਨਾਂ ਦੀ ਪੈਰਵੀ ਕਰੀਏ। 4:1 ਜਾਦੂਗਰਾਂ ਨੇ ਫਿਰੌਨ ਨੂੰ ਆਖਿਆ ਕਿ ਜੇ ਅਸੀਂ ਜਿੱਤ ਗਏ ਤਾਂ ਸਾਨੂੰ ਇਨਾਮ ਕੀ ਮਿਲੇਗਾ? 4:2 ਕਿਹਾ ਫਿਰੌਨ ਨੇ, ਹਾਂ, ਅਜਿਹੀ ਹਾਲਤ ਵਿੱਚ ਤੁਸੀਂ ਮੇਰੇ ਖਾਸ ਦਰਬਾਰੀਆਂ ਵਿੱਚੋਂ ਹੋਵੋਗੇ। 4:3 ਉਹਨਾਂ ਜਾਦੂਗਰਾਂ ਨੇ ਮੂਸਾ ਨੂੰ ਕਿਹਾ ਕਿ ਕਰੋ ਜੋ ਤੁਸੀਂ ਕਰਨਾ ਹੈ। 4:4 ਉਹਨਾਂ ਜਾਦੂਗਰਾਂ ਨੇ ਆਪਣੀਆਂ ਰੱਸੀਆਂ ਤੇ ਸੋਟੀਆਂ ਜਾਦੂ ਲਈ ਧਰਤੀ ਤੇ ਸੁੱਟ ਦਿੱਤੀਆਂ ਤੇ ਆਖਣ ਲੱਗੇ ਕਿ ਫਿਰੌਨ ਦੀ ਇੱਜ਼ਤ ਦੀ ਕਸਮ ਅਸੀਂ ਹੀ ਕਾਮਯਾਬ ਹੋਵਾਂਗੇ। 4:5 ਹੁਣ ਮੂਸਾ ਨੇ ਵੀ ਆਪਣੀ ਸੋਟੀ ਮੈਦਾਨ ਵਿੱਚ ਸੁੱਟੀ ਜਿਸਨੇ ਉਸੇ ਵੇਲੇ ਉਹਨਾਂ ਜਾਦੂਗਰਾਂ ਦੇ ਝੂਠੇ ਕਰਤਬਾਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ। 4:6 ਇਹ ਵੇਖਦੇ ਹੀ ਜਾਦੂਗਰ ਬੇਕਾਬੂ ਹੋ ਕੇ ਸਿਜਦੇ ਵਿੱਚ ਡਿੱਗ ਪਏ। 4:7 ਅਤੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਤਾਂ ਜਿਹੜਾ ਸਾਰੇ ਹੀ ਜਹਾਨਾਂ ਦਾ ਰੱਬ ਹੈ ਉਸ ਤੇ ਈਮਾਨ ਲਿਆਏ ਹਾਂ। 4:8 ਭਾਵ ਉਹ ਰੱਬ ਜਿਸ ਨੂੰ ਮੂਸਾ ਤੇ ਹਾਰੂਨ ਮੰਨਦੇ ਹਨ। 4:9 ਫਿਰੌਨ ਬੋਲਿਆ ਕਿ ਮੈਥੋਂ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਸ ਮੂਸਾ ਦੇ ਰੱਬ ਤੇ ਈਮਾਨ ਲਿਆਏ ਲਾਜ਼ਮਨ ਉਹ ਤੁਹਾਡਾ ਗੁਰੂ ਹੈ, ਜਿਸਨੇ ਤੁਹਾਨੂੰ ਜਾਦੂ ਸਿਖਾਇਆ ਹੈ। ਸੋ ਤੁਹਾਨੂੰ ਹੁਣੇ ਪਤਾ ਲੱਗ ਜਾਵੇਗਾ, ਮੈਂ ਤੁਹਾਡੇ ਹੱਥ ਪੈਰ ਉਲਟੇ ਦਾਉ ਤੋਂ ਵਡਵਾ ਦੇਵਾਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਫਾਂਸੀ ਤੇ ਚਾੜ ਦੇਵਾਂਗਾ। 5:0 ਉਹਨਾਂ ਜਾਦੂਗਰਾਂ ਨੇ ਕਿਹਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ, ਅਸੀਂ ਤਾਂ ਆਪਣੇ ਪਾਲਣਹਾਰ ਕੋਲ ਹੀ ਜਾਣਾ ਹੈ। 5:1 ਕਿਉਂ ਜੋ ਤੇਰੀ ਕੌਮ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਈਮਾਨ ਲਿਆਉਣ ਵਾਲੇ ਹਾਂ, ਸੋ ਸਾਨੂੰ ਆਸ ਹੈ ਕਿ ਸਾਡਾ ਰੱਬ ਸਾਡੀਆਂ ਗਲਤੀਆਂ ਨੂੰ ਮੁਆਫ ਕਰੇਗਾ। 5:2 ਅਸੀਂ ਮੂਸਾ ਵੱਲ ਵਹੀ ਭੇਜੀ ਕਿ ਰਾਤੋਂ ਰਾਤ ਮੇਰੇ ਬੰਦਿਆਂ ਨੂੰ ਇੱਥੋਂ ਲੈ ਕੇ ਨਿਕਲ ਜਾ, ਤੁਹਾਡਾ ਪਿੱਛਾ ਕੀਤਾ ਜਾਵੇਗਾ। 5:3 ਫਿਰੌਨ ਨੇ ਸ਼ਹਿਰਾਂ ਵਿੱਚ ਹਰਕਾਰੇ ਭੇਜ ਦਿੱਤੇ। 5:4 ਇਹ ਦੱਸਣ ਲਈ ਕਿ ਈਮਾਨ ਲਿਆਉਣ ਵਾਲੇ ਤਾਂ ਬਹੁਤ ਹੀ ਥੋੜੇ ਲੋਕ ਹਨ। 5:5 ਉਹਨਾਂ ਈਮਾਨ ਲਿਆਉਣ ਵਾਲਿਆਂ
ਨੇ ਸਾਨੂੰ ਡਾਢਾ ਗੁੱਸਾ ਚਾੜਿਆ ਹੈ। 5-6 ਅਸੀਂ ਹੀ ਵੱਡੀ ਗਿਣਤੀ ਵਿੱਚ ਹਾਂ, ਉਹਨਾਂ ਤੋਂ ਸਾਵਧਾਨ ਰਹਿਣ ਵਾਲੇ ਹਾਂ। 5-7 ਅੰਤ ਅਸੀਂ ਉਹਨਾਂ ਫਿਰੌਨੀਆਂ ਨੂੰ ਬਾਗਾਂ ਤੇ ਚਸ਼ਮਿਆਂ ਵਿੱਚੋਂ ਕੱਢਿਆ। 5-8 ਅਤੇ ਖਜ਼ਾਨਿਆਂ ਤੋਂ ਤੇ ਉਹਨਾਂ ਦੇ ਸੋਹਣੇ ਨਿਵਾਸ ਸਥਾਨ ਚੋਂ ਵੀ ਕੱਢਿਆ। 5-9 ਇਸ ਪ੍ਰਕਾਰ ਫਿਰੌਨ ਨਾਲ ਹੋਇਆ। ਦੂਜੇ ਪਾਸੇ ਅਸਾਂ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦਾ ਵਾਰਸ ਬਣੀ ਇਸਰਾਇਲ ਨੂੰ ਬਣਾ ਦਿੱਤਾ। 6 ਫਿਰੌਨੀਆਂ ਨੇ ਸੂਰਜ ਨਿਕਲਦੇ ਹੀ ਉਹਨਾਂ ਦਾ ਪਿੱਛਾ ਕੀਤਾ। 6 ਜਦੋਂ ਦੋਵੇਂ ਧਿਰਾਂ ਨੇ ਇੱਕ ਦੂਜੇ ਨੂੰ ਵੇਖ ਲਿਆ ਤਾਂ ਮੂਸਾ ਦੇ ਸਾਥੀਆਂ ਨੇ ਕਿਹਾ ਕਿ ਅਸੀਂ ਤਾਂ ਫੜੇ ਜਾਵਾਂਗੇ। 6 ਮੂਸਾ ਨੇ ਕਿਹਾ ਕਿ ਉੱਕਾ ਨਹੀਂ, ਵਿਸ਼ਵਾਸ ਕਰੋ ਕਿ ਮੇਰਾ ਰੱਬ ਮੇਰੇ ਨਾਲ ਹੈ, ਜਿਹੜਾ ਮੈਨੂੰ ਲਾਜ਼ਮੀ ਬਚਣ ਦੀ ਰਾਹ ਵਿਖਾਵੇਗਾ। 6 ਅਸੀਂ ਮੂਸਾ ਵੱਲ ਵਹੀ ਸੰਦੇਸ਼ ਭੇਜੀ ਕਿ ਸਮੁੰਦਰ ਉੱਤੇ ਆਪਣੀ ਸੋਟੀ ਮਾਰ। ਉਹ ਉਸੇ ਵੇਲੇ ਪਾਟ ਗਿਆ ਅਤੇ ਪਾਣੀ ਦਾ ਹਰੇਕ ਭਾਗ ਇੱਕ ਪਹਾੜ ਵਾਂਗ ਹੋ ਗਿਆ। 6 ਅਤੇ ਅਸੀਂ ਦੂਜੇ ਧੜੇ ਫਿਰੌਨੀਆਂ ਨੂੰ ਸਮੁੰਦਰ ਦੇ ਨੇੜੇ ਲੈ ਆਏ। 6 ਅਤੇ ਮੂਸਾ ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ। 6 ਅਤੇ ਦੂਜੇ ਫਿਰੌਨੀ ਸਾਰੇ ਡੋਬ ਦਿੱਤੇ। 6-7 ਬੇਸ਼ੱਕ ਇਸ ਘਟਨਾ ਵਿੱਚ ਬਹੁਤ ਵੱਡੀ ਸਿੱਖਿਆ ਹੈ, ਫੇਰ ਵੀ ਬਹੁਤੇ ਲੋਕੀ ਈਮਾਨ ਨਹੀਂ ਲਿਆਉਂਦੇ। 6-8 ਬੇਸ਼ੱਕ ਤੁਹਾਡਾ ਪਾਲਣਹਾਰ ਬਹੁਤ ਹੀ ਜ਼ੋਰਾਵਰ ਅਤੇ ਮਿਹਰਬਾਨ ਹੈ। 6-9 ਹੇ ਨਬੀ, ਉਹਨਾਂ ਨੂੰ ਇਬਰਾਹੀਮ ਦਾ ਕਿੱਸਾ ਵੀ ਸੁਣਾਓ। 7 ਜਦੋਂ ਉਸਨੇ ਆਪਣੇ ਪਿਤਾ ਤੇ ਆਪਣੀ ਕੌਮ ਤੋਂ ਪੁੱਛਿਆ ਸੀ ਕਿ ਤੁਸੀਂ ਕੀ ਪੂਜਦੇ ਹੋ। 7 ਉਹਨਾਂ ਨੇ ਜਵਾਬ ਵਿੱਚ ਕਿਹਾ ਕਿ ਅਸੀਂ ਬੁਤਾਨ ਨੂੰ ਪੂਜਦੇ ਹਾਂ ਅਤੇ ਉਹਨਾਂ ਦੇ ਹੀ ਪੁਜਾਰੀ ਰਹਾਂਗੇ। 7 ਇਬਰਾਹੀਮ ਨੇ ਕਿਹਾ ਕਿ ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ ਤਾਂ ਕੀ ਇਹ ਸੁਣਦੇ ਵੀ ਹਨ। 7 ਜਾਂ ਤੁਹਾਨੂੰ ਕੋਈ ਨਫਾ ਜਾਂ ਨੁਕਸਾਨ ਵੀ ਪਹੁੰਚਾ ਸਕਦੇ ਹਨ। 7 ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਬਜ਼ੁਰਗਾਂ ਨੂੰ ਇੰਜ ਹੀ ਕਰਦੇ ਵੇਖਿਆ ਹੈ। 7 ਇਬਰਾਹੀਮ ਨੇ ਕਿਹਾ, ਜਿਨ੍ਹਾਂ ਨੂੰ ਤੁਸੀਂ ਪੂਜਦੇ ਹੋ, ਕੀ ਤੁਸੀਂ ਉਹਨਾਂ ਨੂੰ ਵੇਖਿਆ ਵੀ ਹੈ। 7 ਅਤੇ ਕਿਹਾ ਕਿ ਤੁਸੀਂ ਅਤੇ ਤੁਹਾਡੇ ਪਿਓ ਦਾਦਾ ਜਿਨ੍ਹਾਂ ਨੂੰ ਪੂਜਦੇ ਹੋ। 7 ਛੁੱਟ ਸਾਰੇ ਜਹਾਨਾਂ ਦੇ ਪਾਲਣਹਾਰ ਤੋਂ, ਉਹ ਸਾਰੇ ਇਸ਼ਟ ਮੇਰੇ ਵੈਰੀ ਹਨ। 7-8 ਜਿਸ ਨੇ ਮੈਨੂੰ ਪੈਦਾ ਕੀਤਾ ਹੈ ਉਹੀਓ ਮੇਰੀ ਅਗਵਾਈ ਕਰਦਾ ਹੈ। 7-9 ਉਹੀਓ ਮੈਨੂੰ ਖੁਆਉਂਦਾ ਪਿਆਉਂਦਾ ਹੈ। 8 ਜਦੋਂ ਮੈਂ ਬਿਮਾਰ ਹੁੰਦਾ ਹਾਂ ਤਾਂ ਉਹੀਓ ਮੈਨੂੰ ਸਵਸਤ ਕਰਦਾ ਹੈ। 8 ਉਹੀਓ ਮੈਨੂੰ ਮੌਤ ਦੇਵੇਗਾ ਫਿਰ ਮੈਨੂੰ ਮੁੜ ਜਿਉਂਦੇ ਕਰੇਗਾ। 8 ਉਹੀਓ ਹੈ ਜਿਸ ਤੋਂ ਮੈਂ ਆਸ ਕਰਦਾ ਹਾਂ ਕਿ ਬਦਲੇ ਵਾਲੇ ਦਿਨ ਮੇਰੇ ਗੁਨਾਹਾਂ ਨੂੰ ਮੁਆਫ ਕਰ ਦੇਵੇਗਾ। 8 ਹੇ ਮੇਰੇ ਰੱਬਾ, ਮੈਨੂੰ ਹਿਕਮਤ, ਸੂਝ ਬੂਝ ਦੀ ਦਾਤ ਬਖਸ਼ ਅਤੇ ਮੈਨੂੰ ਨੇਕ ਲੋਕਾਂ ਵਿੱਚ ਸ਼ਾਮਲ ਕਰ ਲੈ। 8 ਅਤੇ ਮੇਰੀ ਚਰਚਾ ਆਉਣ ਵਾਲੇ ਲੋਕਾਂ ਵਿੱਚ ਵੀ ਬਾਕੀ ਰਵੇ। 8 ਮੈਨੂੰ ਨਿਯਮਤਾਂ ਵਾਲੀ ਜਨਤਾ ਦਾ ਵਾਰਿਸ ਬਣਾ। 8 ਮੇਰੇ ਪਿਤਾ ਨੂੰ ਬਖਸ਼ ਦੇ, ਉਹ ਗੁੰਮਰਾਹ ਲੋਕਾਂ ਵਿੱਚੋਂ ਸੀ। 8 ਜਦੋਂ ਸਾਰੇ ਲੋਕੀ ਮੁੜ ਜਿਉਂਦੇ ਕੀਤੇ ਜਾਣਗੇ, ਉਸ ਦਿਨ ਮੈਨੂੰ ਜ਼ਲੀਲ ਨਾ ਕਰੀ। 8 ਜਿਸ ਦਿਨ ਮਾਲ ਤੇ ਔਲਾਦ ਕਿਸੇ ਕੰਮ ਨਹੀਂ ਆਵੇਗੀ। 8 ਛੁੱਟ ਉਸ ਤੋਂ ਕਿ ਕੋਈ ਵਿਅਕਤੀ ਨਿਰਮਲ
ਚਿੱਤ ਲੈ ਕੇ ਅੱਲਾਹ ਦੇ ਹਜ਼ੂਰ ਪੇਸ਼ ਹੋਵੇ। 9 ਅਤੇ ਜੰਨਤ ਪਰਹੇਜ਼ਗਾਰਾਂ ਦੇ ਨੇੜੇ ਕਰ ਦਿੱਤੀ ਜਾਵੇਗੀ। 9 ਅਤੇ ਗੁੰਮਰਾਹ ਲੋਕਾਂ ਲਈ ਨਰਕ ਪ੍ਰਗਟ ਕੀਤੀ ਜਾਵੇਗੀ। 9 ਅਤੇ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਜਿਨ੍ਹਾਂ ਦੀ ਪੂਜਾ ਤੁਸੀਂ ਕਰਦੇ ਸੀ ਉਹ ਕਿੱਥੇ ਹਨ। 9 ਕੀ ਅੱਲਾਹ ਤੋਂ ਛੁੱਟ, ਇਸ਼ਟ ਤੁਹਾਡੀ ਸਹਾਇਤਾ ਕਰ ਸਕਦੇ ਹਨ, ਜਾਂ ਉਹ ਤੁਹਾਡੀ ਸਜ਼ਾ ਦਾ ਬਦਲਾ ਲੈ ਸਕਦੇ ਹਨ। 9 ਫਿਰ ਉਹ ਸਾਰੇ ਕੁਰਾਹੇ ਪਏ ਲੋਕ ਨਰਕ ਵਿੱਚ ਮੁੱਦੇ ਮੂੰਹ ਸੁੱਟੇ ਜਾਣਗੇ। 9 ਅਤੇ ਇਬਲੀਸ ਸ਼ੈਤਾਨ ਦੇ ਸਾਰੇ ਲਸ਼ਕਰ ਵੀ ਸੁੱਟੇ ਜਾਣਗੇ। 9 ਉੱਥੇ ਉਹ ਆਪੋ ਵਿੱਚ ਲੜਦੇ ਝਗੜਦੇ ਹੋਏ ਆਪਣੇ ਇਸ਼ਟਾਂ ਨੂੰ ਆਖਣਗੇ। 9 ਕਿ ਅੱਲਾਹ ਦੀ ਸੁਣ ਅਸੀਂ ਤਾਂ ਸਪਸ਼ਟ ਕੁਰਾਹੀਏ ਸਾਂ। 9 ਜਦੋਂ ਅਸੀਂ ਤੁਹਾਨੂੰ ਸਾਰੇ ਜਹਾਨਾਂ ਦੇ ਰੱਬ ਬਰਾਬਰ ਸਮਝ ਬੈਠੇ ਸੀ। 9 ਸਾਨੂੰ ਤਾਂ ਉਹਨਾਂ ਅਪਰਾਧੀਆਂ ਨੇ ਗੁੰਮਰਾਹ ਕੀਤਾ ਸੀ। 100 ਹੁਣ ਸਾਡਾ ਕੋਈ ਵੀ ਸਿਫਾਰਸ਼ੀ ਨਹੀਂ। 101 ਅਤੇ ਨਾ ਹੀ ਕੋਈ ਸੱਚਾ ਦੋਸਤ ਹੈ। 102 ਕਾਸ਼ ਕਿ ਸਾਡੀ ਇੱਕ ਵਾਰ ਫੇਰ ਸੰਸਾਰ ਵਿੱਚ ਵਾਪਸੀ ਹੋ ਜਾਵੇ ਤਾਂ ਜੋ ਅਸੀਂ ਵੀ ਮੋਮਿਨਾਂ ਵਿੱਚੋਂ ਹੋ ਜਾਈਏ। 103 ਬੇਸ਼ੱਕ ਇਸ ਵਿੱਚ ਬਹੁਤ ਹੀ ਵੱਡੀ ਨਿਸ਼ਾਨੀ ਹੈ, ਫੇਰ ਵੀ ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਲਿਆਉਣ ਵਾਲੇ ਨਹੀਂ। 104 ਬੇਸ਼ੱਕ ਤੁਹਾਡਾ ਰੱਬ ਹੀ ਜ਼ੋਰਾਵਰ ਤੇ ਮਿਹਰਬਾਨ ਹੈ। 105 ਨੂਹ ਦੀ ਕੌਮ ਨੇ ਵੀ ਨਬੀਆਂ ਦਾ ਇਨਕਾਰ ਕੀਤਾ। 106 ਜਦੋਂ ਉਹਨਾਂ ਦੇ ਹੀ ਇੱਕ ਭਰਾ ਨੂਹ ਨੇ ਕਿਹਾ ਕਿ ਤੁਸੀਂ ਰੱਬ ਤੋਂ ਡਰਦੇ ਨਹੀਂ। 107 ਬੇਸ਼ੱਕ ਮੈਂ ਅੱਲਾਹ ਵੱਲੋਂ ਤੁਹਾਡੇ ਲਈ ਇੱਕ ਅਮਾਨਤਦਾਰ ਰਸੂਲ ਹਾਂ। 108 ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ। 109 ਮੈਂ ਤੁਹਾਥੋਂ ਇਸ ਧਰਮ ਪ੍ਰਚਾਰ ਲਈ ਕੋਈ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਰੱਬ ਦੇ ਜ਼ਿੰਮੇ ਹੈ। 110 ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਪੈਰਵੀ ਕਰੋ। 111 ਕੌਮ ਨੇ ਕਿਹਾ ਕਿ ਕੀ ਅਸੀਂ ਤੇਰੇ ਤੇ ਈਮਾਨ ਲਿਆਈਏ? ਤੇਰੀ ਤਾਬੇਦਾਰੀ ਤਾਂ ਨੀਚ ਲੋਕ ਹੀ ਕਰਨਗੇ। 112 ਨੂਹ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਪਹਿਲਾਂ ਇਹ ਲੋਕ ਕੀ ਕਰਦੇ ਰਹੇ ਹਨ। 113 ਉਸ ਦਾ ਹਿਸਾਬ ਲੈਣਾ ਮੇਰੇ ਰੱਬ ਜ਼ਿੰਮੇ ਹੈ, ਕਿੰਨਾ ਚੰਗਾ ਹੋਵੇ ਜੇ ਤੁਹਾਨੂੰ ਅਕਲ ਸਮਝ ਹੋਵੇ। 114 ਮੈਂ ਈਮਾਨ ਵਾਲਿਆਂ ਨੂੰ ਧੱਕੇ ਨਹੀਂ ਦੇਵਾਂਗਾ। 115 ਮੈਂ ਤਾਂ ਸਪਸ਼ਟ ਰੂਪ ਵਿੱਚ ਡਰਾਉਣ ਵਾਲਾ ਹਾਂ। 116 ਉਹਨਾਂ ਨੇ ਕਿਹਾ ਕਿ ਇਹ ਨੂਹ, ਜੇ ਤੂੰ ਬਾਜ਼ ਨਾ ਆਇਆ ਤਾਂ ਅਸੀਂ ਤੈਨੂੰ ਪੱਥਰ ਮਾਰ ਕੇ ਮਾਰ ਦਿਆਂਗੇ। 117 ਨੂਹ ਨੇ ਕਿਹਾ ਕਿ ਇਹ ਮੇਰੇ ਰੱਬਾ, ਮੇਰੀ ਕੌਮ ਨੇ ਮੈਂ ਉਲਟ ਪੁੱਠਾ ਕੌਮਾਂ ਮੰਨਣ ਤੋਂ ਨਾ ਕਰ ਦਿੱਤੀ ਹੈ। 118 ਹੁਣ ਤੂੰ ਮੇਰੇ ਅਤੇ ਉਹਨਾਂ ਵਿਚਕਾਰ ਫੈਸਲਾ ਕਰਦੇ ਅਤੇ ਮੈਨੂੰ ਅਤੇ ਮੇਰੇ ਈਮਾਨ ਵਾਲੇ ਸਾਥੀਆਂ ਨੂੰ ਬਚਾ ਲੈ। 119 ਸੋ ਅਸੀਂ ਉਸ ਨੂਹ ਨੂੰ ਅਤੇ ਉਸ ਦੇ ਮੋਮਿਨ ਸਾਥੀਆਂ ਨੂੰ ਭਰੀ ਹੋਈ ਕਿਸ਼ਤੀ ਵਿੱਚ ਸਵਾਰ ਕਰਕੇ ਬਚਾ ਲਿਆ। 120 ਉਸ ਤੋਂ ਮਗਰੋਂ ਬਾਕੀ ਸਾਰੇ ਹੀ ਲੋਕਾਂ ਨੂੰ ਅਸੀਂ ਡੋਬ ਦਿੱਤਾ। 121 ਬੇਸ਼ੱਕ ਇਸ ਘਟਨਾ ਵਿੱਚ ਬਹੁਤ ਵੱਡੀ ਸਿੱਖਿਆ ਹੈ ਪਰ ਫੇਰ ਵੀ ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਨਹੀਂ ਲਿਆਏ। 122 ਬੇਸ਼ੱਕ ਤੁਹਾਡਾ ਪਾਲਣਹਾਰ ਉਹੀਓ ਹੈ ਜਿਹੜਾ ਸਭ ਤੋਂ ਵੱਧ ਜ਼ੋਰਾਵਰ ਤੇ ਮਿਹਰਾਂ ਕਰਨ ਵਾਲਾ ਹੈ। 123 ਆਦੀਆਨ ਨੇ ਵੀ ਰਸੂਲਾਂ ਨੂੰ ਝੁਠਲਾਇਆ ਸੀ।
1-2-4 ਜਦੋਂ ਉਹਨਾਂ ਦੇ ਹੀ ਭਰਾ ਹੂਦ ਨੇ ਕਿਹਾ ਸੀ ਕਿ ਤੁਸੀਂ ਰੱਬ ਦੇ ਅਜ਼ਾਬ ਤੋਂ ਡਰਦੇ ਨਹੀਂ। 1-2-5 ਮੈਂ ਤੁਹਾਡੇ ਲਈ ਇਮਾਨਤਦਾਰ ਪੈਗੰਬਰ ਹਾਂ। 1-2-6 ਸੋ ਤੁਸੀਂ ਰੱਬ ਤੋਂ ਡਰੋ ਅਤੇ ਮੇਰੇ ਆਖੇ ਲੱਗੋ। 1-2-7 ਮੈਂ ਇਸ ਅਗਵਾਈ ਲਈ ਤੁਹਾਥੋਂ ਕੁਝ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਦੇ ਜ਼ਿੰਮੇ ਹੈ। 1-2-8 ਕੀ ਤੁਸੀਂ ਹਰੇਕ ਉੱਚੀ ਥਾਂ ਤੇ ਵਿਅਰਥ ਖੇਡ ਵਜੋਂ ਯਾਦਗਾਰਾਂ ਬਣਾ ਰਹੇ ਹੋ। 1-2-9 ਤੁਸੀਂ ਮਜ਼ਬੂਤ ਮਹਿਲ ਉਸਾਰਦੇ ਹੋ, ਸ਼ਾਇਦ ਤੁਸੀਂ ਸਦਾ ਇੱਥੇ ਸੰਸਾਰ ਵਿੱਚ ਹੀ ਰਹੋਗੇ। 1-3-0 ਜਦੋਂ ਤੁਸੀਂ ਕਿਸੇ ਤੇ ਹੱਥ ਪਾਉਂਦੇ ਹੋ ਤਾਂ ਬਹੁਤ ਹੀ ਸਖਤੀ ਅਤੇ ਜ਼ੁਲਮ ਨਾਲ ਪਾਉਂਦੇ ਹੋ। 1-3-1 ਅੱਲਾਹ ਤੋਂ ਡਰੋ ਅਤੇ ਮੇਰੀ ਹੂਦ ਦੀ ਪੈਰਵੀ ਕਰੋ। 1-3-2 ਤੁਸੀਂ ਉਸ ਹਸਤੀ ਤੋਂ ਡਰੋ ਜਿਸ ਨੇ ਤੁਹਾਡੀ ਉਹਨਾਂ ਚੀਜ਼ਾਂ ਦੁਆਰਾ ਮਦਦ ਕੀਤੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। 1-3-3 ਉਸ ਰੱਬ ਨੇ ਤੁਹਾਡੀ ਸਹਾਇਤਾ ਮਾਲ ਦੌਲਤ ਤੇ ਔਲਾਦ ਨਾਲ ਕੀਤੀ। 1-3-4 ਬਾਗਾਂ ਤੇ ਚਸ਼ਮਿਆਂ, ਨਹਿਰਾਂ ਦੁਆਰਾ ਕੀਤੀ। 1-3-5 ਮੈਂ ਤਾਂ ਤੁਹਾਡੇ ਲਈ ਉਸ ਵੱਡੇ ਕਿਆਮਤ ਦਿਹਾੜੇ ਤੋਂ ਡਰਦਾ ਹਾਂ। 1-3-6 ਉਹਨਾਂ ਕੌਮ ਨੇ ਕਿਹਾ ਕਿ ਇਹ ਹੂਦ, ਤੂੰ ਸਾਨੂੰ ਸਮਝਾ ਜਾਂ ਨਾ ਸਮਝਾ, ਸਾਡੇ ਲਈ ਇੱਕੋ ਗੱਲ ਹੈ। 1-3-7 ਇਹ ਤਾਂ ਪਹਿਲੇ ਸਮੇਂ ਦੇ ਲੋਕਾਂ ਦੀਆਂ ਗੱਲਾਂ ਹਨ। 1-3-8 ਸਾਨੂੰ ਕਦੇ ਕੋਈ ਅਜ਼ਾਬ ਨਹੀਂ ਦਿੱਤਾ ਜਾਵੇਗਾ। 1-3-9 ਉਹਨਾਂ ਨੇ ਉਸ ਹੂਦ ਨੂੰ ਰੱਬ ਦਾ ਰਸੂਲ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਸੋ ਅਸੀਂ ਉਹਨਾਂ ਨੂੰ ਤਬਾਹ ਕਰ ਦਿੱਤਾ। ਬੇਸ਼ੱਕ ਇਸ ਵਿੱਚ ਸਮਝਣ ਵਾਲਿਆਂ ਲਈ ਨਿਸ਼ਾਨੀਆਂ ਹਨ, ਪਰ ਉਹਨਾਂ ਵਿੱਚੋਂ ਵਧੇਰੇ ਉਹ ਹਨ ਜਿਹੜੇ ਈਮਾਨ ਨਹੀਂ ਲਿਆਉਂਦੇ। 1-4-0 ਬੇਸ਼ੱਕ ਤੁਹਾਡਾ ਰੱਬ ਉਹੀਓ ਹੈ ਜਿਹੜਾ ਜ਼ੋਰਾਵਰ ਤੇ ਮਿਹਰਬਾਨ ਹੈ। 1-4-1 ਸਮੂਦੀਆਂ ਨੇ ਵੀ ਪੈਗੰਬਰਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। 1-4-2 ਉਹਨਾਂ ਸਮੂਦੀਆਂ ਦੇ ਭਰਾ ਸਾਲੇਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਲਾਹ ਤੋਂ ਕਿਉਂ ਨਹੀਂ ਡਰਦੇ। 1-4-3 ਮੈਂ ਤੁਹਾਡੇ ਵੱਲ ਅੱਲਾਹ ਦਾ ਇੱਕ ਇਮਾਨਤਦਾਰ ਪੈਗੰਬਰ ਹਾਂ। 1-4-4 ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੇ ਆਖੇ ਲੱਗੋ। 1-4-5 ਮੈਂ ਇਸ ਦੇ ਲਈ ਤੁਹਾਥੋਂ ਕੋਈ ਉਜਰਤ ਨਹੀਂ ਭਾਲਦਾ, ਮੇਰੀ ਉਜਰਤ ਬਦਲਾ ਤਾਂ ਮੇਰੇ ਪਾਲਣਹਾਰ ਦੇ ਜ਼ਿੰਮੇ ਹੈ। 1-4-6 ਕਿ ਉਹਨਾਂ ਚੀਜ਼ਾਂ ਨਾਲ ਤੁਹਾਨੂੰ ਅਮਨ ਸ਼ਾਂਤੀ ਨਾਲ ਨਿਸ਼ਚਿੰਤ ਹੋ ਕੇ ਸੰਸਾਰ ਵਿੱਚ ਰਹਿਣ ਲਈ ਛੱਡ ਦਿੱਤਾ ਜਾਵੇਗਾ। 1-4-7 ਭਾਵ ਇਹਨਾਂ ਬਾਗਾਂ ਤੇ ਚਸ਼ਮਿਆਂ ਵਿੱਚ ਨਹਿਰਾਂ ਆਦਿ। 1-4-8 ਇਹ ਖੇਤ ਅਤੇ ਖਜੂਰ ਦੇ ਬਾਗਾਂ ਵਿੱਚ ਜਿਨ੍ਹਾਂ ਦੇ ਗੁੱਛੇ ਰਸ ਭਰੇ ਹਨ। 1-4-9 ਤੁਸੀਂ ਪਹਾੜਾਂ ਨੂੰ ਕੱਟ ਕੇ ਵੱਡੇ ਮਾਣ ਨਾਲ ਉਹਨਾਂ ਵਿੱਚ ਭਵਨ ਉਸਾਰਦੇ ਹੋ। 1-5-0 ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ। 1-5-1 ਤੁਸੀਂ ਰੱਬ ਵੱਲੋਂ ਨਿਯਤ ਕੀਤੀਆਂ ਹੱਦਾਂ ਨੂੰ ਟੱਪਣ ਵਾਲਿਆਂ ਦੇ ਆਖੇ ਨਾ ਲੱਗੋ। 1-5-2 ਬਾਗੀ ਹਨ ਜਿਹੜੇ ਧਰਤੀ ਤੇ ਫਸਾਦ ਫੈਲਾਉਂਦੇ ਹਨ, ਸੁਧਾਰ ਨਹੀਂ ਕਰਦੇ। 1-5-3 ਉਹਨਾਂ ਨੇ ਕਿਹਾ ਕਿ ਹੇ ਸਾਲੇਹ, ਤੂੰ ਤਾਂ ਉਹਨਾਂ ਵਿੱਚੋਂ ਹੈ ਜਿਨ੍ਹਾਂ ਤੇ ਜਾਦੂ ਕੀਤਾ ਗਿਆ ਹੈ। 1-5-4 ਤੂੰ ਤਾਂ ਸਾਡੇ ਵਰਗਾ ਹੀ ਇੱਕ ਮਨੁੱਖ ਹੈ, ਜੇ ਤੂੰ ਸੱਚਾ ਹੈ ਤਾਂ ਕੋਈ ਮੁਅੱਜ਼ਾ ਰੱਬੀ ਚਮਤਕਾਰ ਲਿਆ। 1-5-5 ਸਾਲੇਹ ਨੇ ਕਿਹਾ ਕਿ ਇਹ ਉਠਣੀ ਨਿਸ਼ਾਨੀ ਹੈ।
ਇੱਕ ਨਿਸ਼ਚਿਤ ਦਿਨ ਪਾਣੀ ਪੀਣ ਦੀ ਵਾਰੀ ਇਸ ਦੀ ਹੈ ਅਤੇ ਇੱਕ ਦਿਨ ਤੁਹਾਡੀ ਹੈ। ਇੱਕ 5-6 ਇਸ ਨੂੰ ਭੈੜੇ ਇਰਾਦੇ ਨਾਲ ਹੱਥ ਨਹੀਂ ਲਾਉਣਾ, ਨਹੀਂ ਤਾਂ ਇੱਕ ਵੱਡੇ ਦਿਹਾੜੇ ਦਾ ਅਜ਼ਾਬ ਤੁਹਾਨੂੰ ਆ ਨੱਪੇਗਾ। ਇੱਕ 5-7 ਇਸ ਚੇਤਾਵਨੀ ਤੋਂ ਬਾਅਦ ਵੀ, ਉਹਨਾਂ ਸਮੂਦੀਆਂ ਨੇ ਉਸ ਉਠਣੀ ਦੀਆਂ ਖੁੱਚਾਂ ਵੱਢ ਸੁੱਟੀਆਂ। ਫੇਰ ਉਹ ਪਛਤਾਉਣ ਲੱਗੇ। ਇੱਕ 5-8 ਅਤੇ ਉਹਨਾਂ ਨੂੰ ਅਜ਼ਾਬ ਨੇ ਆ ਚੱਫਿਆ। ਬੇਸ਼ੱਕ ਇਸ ਘਟਨਾ ਵਿੱਚ ਇੱਕ ਸਿੱਖਿਆ ਹੈ। ਉਹਨਾਂ ਵਿੱਚੋਂ ਵਧੇਰੇ ਈਮਾਨ ਲਿਆਉਣ ਵਾਲੇ ਨਹੀਂ ਸਾਂ। ਇੱਕ 5-9 ਬੇਸ਼ੱਕ ਤੁਹਾਡਾ ਰੱਬ ਉਹ ਹੈ ਜਿਹੜਾ ਡਾਢਾ ਜ਼ੋਰਾਵਰ ਤੇ ਰਹਿਮ ਫਰਮਾਉਣ ਵਾਲਾ ਹੈ। ਇੱਕ 6 ਲੂਤ ਦੀ ਕੌਮ ਨੇ ਨਬੀਆਂ ਨੂੰ ਝੁਠਲਾਇਆ। ਇੱਕ 6 ਜਦੋਂ ਉਹਨਾਂ ਨੂੰ ਉਹਨਾਂ ਦੇ ਭਰਾ ਲੂਤ ਨੇ ਆਖਿਆ ਕਿ ਤੁਸੀਂ ਅੱਲਾਹ ਤੋਂ ਨਹੀਂ ਡਰਦੇ। ਇੱਕ 6-2 ਮੈਂ ਤੁਹਾਡੇ ਵੱਲ ਇੱਕ ਅਮਾਨਤਦਾਰ ਰਸੂਲ ਬਣ ਕੇ ਆਇਆ ਹਾਂ। ਇੱਕ 6-3 ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰਾ ਕਹਿਣਾ ਮੰਨੋ। ਇੱਕ 6-4 ਮੈਂ ਇਸ ਨਸੀਹਤ ਲਈ ਤੁਹਾਥੋਂ ਕੋਈ ਬਦਲਾ ਉਜਰਤ ਨਹੀਂ ਮੰਗਦਾ, ਮੇਰਾ ਬਦਲਾ ਤਾਂ ਅੱਲਾਹ ਦੇ ਜ਼ਿੰਮੇ ਹੈ। ਇੱਕ 6-5 ਕੀ ਤੁਸੀਂ ਕਾਮ ਵਾਸਨਾ ਦੇ ਲਈ ਦੁਨੀਆ ਵਿੱਚੋਂ ਪੁਰਸ਼ਾਂ ਕੋਲ ਜਾਂਦੇ ਹੋ। ਇੱਕ 6-6 ਅਤੇ ਆਪਣੀਆਂ ਪਤਨੀਆਂ ਨੂੰ ਛੱਡ ਦਿੰਦੇ ਹੋ ਜਿਨ੍ਹਾਂ ਨੂੰ ਅੱਲਾਹ ਨੇ ਤੁਹਾਡੇ ਲਈ ਪੈਦਾ ਕੀਤਾ ਹੈ। ਤੁਸੀਂ ਤਾਂ ਹੱਦਾਂ ਟੱਪਣ ਵਾਲੇ ਹੋ। ਇੱਕ 6-7 ਉਹਨਾਂ ਨੇ ਉੱਤਰ ਵਿੱਚ ਕਿਹਾ ਕਿ ਹੇ ਲੂਤ, ਜੇ ਤੂੰ ਬਾਜ਼ ਨਾ ਆਇਆ ਤਾਂ ਤੂੰ ਬਸਤੀ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਇੱਕ 6-8 ਲੂਤ ਨੇ ਆਖਿਆ, ਬੇਸ਼ੱਕ ਮੈਂ ਤੁਹਾਡੀਆਂ ਅਸ਼ਲੀਲ ਹਰਕਤਾਂ ਦਾ ਕੱਟੜ ਵਿਰੋਧੀ ਹਾਂ। ਇੱਕ 6-9 ਲੂਤ ਨੇ ਦੁਆ ਕੀਤੀ ਕਿ ਹੇ ਮੇਰੇ ਰੱਬਾ, ਤੂੰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਉਹਨਾਂ ਭੈੜੇ ਕਰਮਾਂ ਤੋਂ ਛੁਟਕਾਰਾ ਦੇ। ਇੱਕ 7 ਅਤੇ ਇੰਜ ਅਸੀਂ ਉਸ ਲੂਤ ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ। ਇੱਕ 7 ਛੁੱਟ ਉਸ ਬੁੱਢੀ ਔਰਤ ਲੂਤ ਦੀ ਪਤਨੀ ਤੋਂ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਸੀ। ਇੱਕ 7-2 ਫਿਰ ਅਸੀਂ ਬਾਕੀ ਰਹਿੰਦੇ ਲੋਕਾਂ ਨੂੰ ਹਲਾਕ ਬਰਬਾਦ ਕਰ ਦਿੱਤਾ। ਇੱਕ 7-3 ਅਸੀਂ ਉਹਨਾਂ ਉੱਤੇ ਪੱਥਰਾਂ ਦਾ ਮੀਂਹ ਬਰਸਾਇਆ। ਉਹ ਬਹੁਤ ਹੀ ਭੈੜਾ ਮੀਂਹ ਸੀ ਜਿਹੜੇ ਡਰਾਏ ਹੋਏ ਲੋਕਾਂ ਤੇ ਬਰਸਿਆ ਸੀ। ਇੱਕ 7-4 ਬੇਸ਼ੱਕ ਇਸ ਘਟਨਾ ਵਿੱਚ ਵੀ ਇੱਕ ਸਿੱਖਿਆਦਾਇਕ ਨਿਸ਼ਾਨੀ ਹੈ। ਉਹਨਾਂ ਵਿੱਚੋਂ ਵੀ ਵਧੇਰੇ ਲੋਕ ਈਮਾਨ ਨਹੀਂ ਲਿਆਏ ਸਾਂ। ਇੱਕ 7-5 ਬੇਸ਼ੱਕ ਤੇਰਾ ਰੱਬ ਹੀ ਹਰ ਪੱਖੋਂ ਭਾਰੂ ਹੈ ਅਤੇ ਮਿਹਰਬਾਨ ਹੈ। ਇੱਕ 7-6 ਐਕੇ ਵਾਲਿਆਂ ਨੇ ਵੀ ਰਸੂਲਾਂ ਨੂੰ ਝੁਠਲਾਇਆ। ਇੱਕ 7-7 ਜਦੋਂ ਉਹਨਾਂ ਨੂੰ ਸ਼ੁਐਬ ਨੇ ਕਿਹਾ ਕਿ ਤੁਸੀਂ ਰੱਬ ਤੋਂ ਨਹੀਂ ਡਰਦੇ। ਇੱਕ 7-8 ਮੈਂ ਤੁਹਾਡੇ ਲਈ ਰੱਬ ਵੱਲੋਂ ਭੇਜਿਆ ਹੋਇਆ ਇੱਕ ਅਮਾਨਤਦਾਰ ਰਸੂਲ ਹਾਂ। ਇੱਕ 7-9 ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਆਗਿਆ ਦਾ ਪਾਲਣ ਕਰੋ। ਇੱਕ 8 ਇਹ ਸਿੱਖਿਆ ਦੇਣ ਲਈ ਮੈਂ ਤੁਹਾਥੋਂ ਕੋਈ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਦੇ ਕੋਲ ਹੀ ਹੈ। ਇੱਕ 8 ਮਿਣਤੀ ਪੂਰੀ ਪਰ ਕੇ ਦਿਓ ਅਤੇ ਦੂਜਿਆਂ ਦਾ ਨੁਕਸਾਨ ਕਰਨ ਵਾਲੇ ਨਾ ਬਣੋ। ਇੱਕ 8-2 ਅਤੇ ਸਿੱਧੀ ਤੱਕੜੀ ਨਾਲ ਤੋਲੋ, ਭਾਵ ਡੰਡੀ ਨਾ ਮਾਰੋ। ਇੱਕ 8-3 ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘੱਟ ਨਾ ਦਿਓ ਅਤੇ ਧਰਤੀ ਤੇ ਫਸਾਦ ਨਾ ਮਚਾਉਂਦੇ ਫਿਰੋ। ਇੱਕ 8-4 ਉਸ ਰੱਬ ਤੋਂ ਡਰੋ ਜਿਸ ਨੇ ਤੁਹਾਨੂੰ ਅਤੇ ਤੁਹਾਥੋਂ ਪਹਿਲੀ ਮਖਲੂਕ ਨੂੰ ਪੈਦਾ ਕੀਤਾ ਹੈ। ਇੱਕ 8-5 ਉਹਨਾਂ ਨੇ ਕਿਹਾ ਕਿ ਤੂੰ ਤਾਂ ਉਹਨਾਂ ਵਿੱਚੋਂ ਹੈ ਜਿਨ੍ਹਾਂ ਤੇ ਜਾਦੂ ਕਰ ਦਿੱਤਾ ਜਾਂਦਾ ਹੈ।
ਇੱਕ 8:6 ਤੂੰ ਤਾਂ ਸਾਡੇ ਵਰਗਾ ਹੀ ਇੱਕ ਮਨੁੱਖ ਹੈ, ਅਸੀਂ ਤਾਂ ਤੈਨੂੰ ਝੂਠ ਬੋਲਣ ਵਾਲਿਆਂ ਵਿੱਚੋਂ ਹੀ ਸਮਝਦੇ ਹਾਂ। ਇੱਕ 8:7 ਜੇ ਤੂੰ ਸੱਚਾ ਹੈ ਤਾਂ ਸਾਡੇ ਉੱਤੇ ਆਕਾਸ਼ ਦਾ ਕੋਈ ਟੁਕੜਾ ਡੇਗ ਦੇ। ਇੱਕ 8:8 ਸ਼ੁਐਬ ਨੇ ਕਿਹਾ ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਕਰ ਰਹੇ ਹੋ। ਇੱਕ 8:9 ਸੋ ਜਦੋਂ ਉਹਨਾਂ ਨੇ ਉਹ ਸ਼ੁਐਬ ਨੂੰ ਝੁਠਲਾਇਆ, ਛੇਤੀ ਹੀ ਉਹਨਾਂ ਨੂੰ ਬੱਦਲਾਂ ਦੇ ਪਰਛਾਵੇਂ ਵਾਲੇ ਦਿਹਾੜੇ ਦੇ ਅਜ਼ਾਬ ਨੇ ਆ ਨੱਪਿਆ। ਉਹ ਬਹੁਤ ਹੀ ਭਾਰੀ ਦਿਨ ਦਾ ਅਜ਼ਾਬ ਸੀ। ਇੱਕ 9:0 ਇਸ ਘਟਨਾ ਵਿੱਚ ਵੱਡੀਆਂ ਨਿਸ਼ਾਨੀਆਂ ਹਨ, ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਲਿਆਉਣ ਵਾਲੇ ਨਹੀਂ ਸਨ। ਇੱਕ 9:1 ਬੇਸ਼ੱਕ ਤੁਹਾਡਾ ਪਾਲਣਹਾਰ ਹੀ ਭਾਰੂ ਤੇ ਮਿਹਰਬਾਨੀਆਂ ਵਾਲਾ ਹੈ। ਇੱਕ 9:2 ਅਤੇ ਨਿਰਸੰਦੇਹ, ਇਹ ਕੁਰਾਨ ਸਾਰੇ ਹੀ ਜਹਾਨਾਂ ਦੇ ਪਾਲਣਹਾਰ ਵੱਲੋਂ ਭੇਜਿਆ ਗਿਆ ਹੈ। ਇੱਕ 9:3 ਇਸ ਨੂੰ ਇੱਕ ਅਮਾਨਤਦਾਰ ਰੂਹ ਜਿਬਰਾਈਲ ਲੈ ਕੇ ਆਇਆ ਹੈ। ਇੱਕ 9:4 ਹੇ ਮੁਹੰਮਦ, ਅਸੀਂ ਇਸ ਕੁਰਾਨ ਨੂੰ ਤੁਹਾਡੇ ਦਿਲ ਉੱਤੇ ਨਾਜ਼ਿਲ ਕੀਤਾ ਹੈ ਤਾਂ ਜੋ ਤੁਸੀਂ ਵੀ ਡਰਾਉਣ ਵਾਲੇ ਪੈਗੰਬਰਾਂ ਵਿੱਚੋਂ ਹੋ ਜਾਓ। ਇੱਕ 9:5 ਇਹ ਕੁਰਾਨ ਸਪਸ਼ਟ ਤੇ ਠੇਠ ਅਰਬੀ ਭਾਸ਼ਾ ਵਿੱਚ ਹੈ। ਇੱਕ 9:6 ਬੇਸ਼ੱਕ ਇਸ ਕੁਰਾਨ ਦੀ ਚਰਚਾ ਪਹਿਲੀਆਂ ਅਸਮਾਨੀ ਕਿਤਾਬਾਂ ਵਿੱਚ ਵੀ ਕੀਤੀ ਗਈ ਹੈ। ਇੱਕ 9:7 ਕਿ ਉਹਨਾਂ ਕਾਫਿਰਾਂ ਲਈ ਇਹੋ ਨਿਸ਼ਾਨੀ ਕਾਫੀ ਨਹੀਂ ਕਿ ਕੁਰਾਨ ਦੇ ਹੱਕ ਹੋਣ ਨੂੰ ਤਾਂ ਬਨੀ ਇਸਰਾਈਲ ਦੇ ਵਿਦਵਾਨ ਵੀ ਜਾਣਦੇ ਹਨ। ਇੱਕ 9:8 ਜੇਕਰ ਅਸੀਂ ਇਸ ਕੁਰਾਨ ਨੂੰ ਕਿਸੇ ਅਜਮੀ ਗੈਰ ਅਰਬੀ ਵਿਅਕਤੀ ਉੱਤੇ ਨਾਜ਼ਿਲ ਕਰ ਦਿੰਦੇ। ਇੱਕ 9:9 ਅਤੇ ਉਹ ਉਹਨਾਂ ਅਰਬੀ ਲੋਕਾਂ ਦੇ ਸਾਹਮਣੇ ਇਸ ਕੁਰਾਨ ਨੂੰ ਪੜ੍ਹਦਾ ਤਾਂ ਉਹ ਵੀ ਈਮਾਨ ਨਾ ਲਿਆਉਂਦੇ। 2:0 ਇਸ ਤਰ੍ਹਾਂ ਅਸਾਂ ਗੁਨਾਹਗਾਰਾਂ ਦੇ ਦਿਲਾਂ ਵਿੱਚ ਇਸ ਕੁਰਾਨ ਨੂੰ ਝੁਠਲਾਉਣਾ ਪੱਕਾ ਕਰ ਦਿੱਤਾ ਹੈ। 2:1 ਉਹ ਜਦੋਂ ਤੱਕ ਦਰਦ ਭਰੇ ਅਜ਼ਾਬ ਨਹੀਂ ਵੇਖ ਲੈਂਦੇ, ਈਮਾਨ ਨਹੀਂ ਲਿਆਉਣਗੇ। 2:2 ਸੋ ਉਹ ਅਜ਼ਾਬ ਉਹਨਾਂ ਉੱਤੇ ਅਚਨਚੇਤ ਆਵੇਗਾ ਤੇ ਉਹਨਾਂ ਨੂੰ ਇਸ ਦਾ ਪਤਾ ਵੀ ਨਹੀਂ ਲੱਗੇਗਾ। 2:3 ਫਿਰ ਉਹ ਆਖਣਗੇ ਕਿ ਸਾਨੂੰ ਕੁਝ ਸਮੇਂ ਲਈ ਮੋਹਲਤ ਮਿਲ ਸਕਦੀ ਹੈ ਤਾਂ ਜੋ ਅਸੀਂ ਈਮਾਨ ਲਿਆਈਏ। 2:4 ਕਿ ਉਹ ਸਾਡੇ ਅਜ਼ਾਬ ਲਈ ਕਾਹਲੀ ਪਾ ਰਹੇ ਹਨ। 2:5 ਰਤਾ ਤੁਸੀਂ ਵੇਖੋ, ਜੇ ਭਲਾ ਅਸੀਂ ਉਹਨਾਂ ਅਪਰਾਧੀਆਂ ਨੂੰ ਹੋਰ ਕਈ ਵਰੇ ਸੰਸਾਰ ਦਾ ਲਾਭ ਲੈਣ ਲਈ ਮੋਹਲਤ ਦੇ ਦਿੰਦੇ। 2:6 ਫਿਰ ਉਹਨਾਂ ਕਾਫਿਰਾਂ ਉੱਤੇ ਉਹ ਅਜ਼ਾਬ ਆ ਜਾਂਦਾ ਜਿਸ ਤੋਂ ਡਰਾਏ ਜਾ ਰਹੇ ਹਨ। 2:7 ਤਾਂ ਵੀ ਜਿਸ ਜੀਵਨ ਸਮੱਗਰੀ ਦਾ ਉਹ ਆਨੰਦ ਲੈ ਰਹੇ ਹਨ ਉਹ ਉਹਨਾਂ ਦੇ ਕਿਸੇ ਕੰਮ ਨਾ ਆਉਂਦੀ। 2:8 ਅਸੀਂ ਜਿਹੜੀ ਵੀ ਬਸਤੀ ਨੂੰ ਹਲਾਕ ਕੀਤਾ ਹੈ ਤਾਂ ਪਹਿਲਾਂ ਉਸ ਵਿੱਚ ਡਰਾਉਣ ਵਾਲੇ ਭੇਜੇ। 2:9 ਲੋਕਾਂ ਨੂੰ ਸਮਝਾਉਣ ਲਈ ਡਰਾਉਣ ਵਾਲੇ ਭੇਜੇ। ਅਸੀਂ ਕਿਸੇ ਤੇ ਕੋਈ ਜ਼ੁਲਮ ਵਧੀਕੀ ਕਰਨ ਵਾਲੇ ਨਹੀਂ। 2:10 ਇਸ ਕੁਰਾਨ ਨੂੰ ਸ਼ੈਤਾਨ ਲੈ ਕੇ ਨਹੀਂ ਉਤਰੇ। 2:1 ਨਾ ਹੀ ਉਹ ਇਸ ਯੋਗ ਹਨ ਤੇ ਨਾ ਹੀ ਉਹ ਸਮਰਥਾ ਰੱਖਦੇ ਹਨ। 2:2 ਤਾਂ ਇਸ ਕੁਰਾਨ ਨੂੰ ਸੁਣਨ ਤੋਂ ਵੀ ਦੂਰ ਰੱਖੇ ਗਏ ਹਨ। 2:3 ਸੋ ਤੁਸੀਂ, ਹੇ ਮੁਹੰਮਦ ਸੱਸਾ, ਅੱਲਾਹ ਦੇ ਨਾਲ ਕਿਸੇ ਹੋਰ ਇਸ਼ਟ ਨੂੰ ਨਾ ਪੁਕਾਰੋ ਨਹੀਂ ਤਾਂ ਤੁਸੀਂ ਵੀ ਸਜ਼ਾ ਭੋਗਣ ਵਾਲਿਆਂ ਵਿੱਚੋਂ ਹੋ ਜਾਓਗੇ। 2:4 ਤੁਸੀਂ ਆਪਣੇ ਸਕੇ ਸੰਬੰਧੀਆਂ ਨੂੰ ਡਰਾਓ। 1 2:5 ਈਮਾਨ ਵਾਲਿਆਂ ਵਿੱਚੋਂ ਜਿਹੜੇ ਤੁਹਾਡੀ ਪੈਰਵੀ ਕਰਨ, ਉਹਨਾਂ ਨਾਲ ਅਤੇ ਨਿਮਰਤਾ ਦਾ ਵਿਹਾਰ ਕਰੋ।
2:6 ਜੇ ਉਹ ਤੁਹਾਡੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਸੀਂ ਵੀ ਐਲਾਨ ਕਰ ਦਿਓ ਕਿ ਮੈਂ ਤੁਹਾਡੇ ਉਹਨਾਂ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਤੋਂ, ਜਿਹੜੇ ਕੰਮ ਤੁਸੀਂ ਕਰ ਰਹੇ ਹੋ, ਆਜ਼ਾਦ ਹਾਂ। 2:7 ਹੇ ਮੁਹੰਮਦ ਸੱਸਾ, ਤੁਸੀਂ ਆਪਣਾ ਭਰੋਸਾ ਉਸੇ ਜ਼ੋਰਾਵਰ ਮਿਹਰਬਾਨ ਤੇ ਰੱਖੋ। 2:8 ਜਿਹੜਾ ਤੁਹਾਨੂੰ ਵੇਖਦਾ ਹੈ ਜਦੋਂ ਤੁਸੀਂ ਨਮਾਜ਼ ਲਈ ਖੜੇ ਹੁੰਦੇ ਹੋ। 2:9 ਅਤੇ ਉਹ ਸਿਜਦਾ ਕਰਨ ਵਾਲਿਆਂ ਵਿਚਕਾਰ ਤੁਹਾਡਾ ਉੱਠਣਾ ਬੈਠਣਾ ਵੀ ਵੇਖਦਾ ਹੈ। 2:0 ਉਹ ਅੱਲਾਹ ਹਰ ਗੱਲ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। 2:1 ਕੀ ਮੈਂ ਅੱਲਾਹ ਤੁਹਾਨੂੰ ਦੱਸਾਂ ਕਿ ਸ਼ੈਤਾਨ ਕਿਸ ਤੇ ਉਤਰਿਆ ਕਰਦੇ ਹਨ। 2:2 ਉਹ ਸ਼ੈਤਾਨ ਹਰੇਕ ਝੂਠ ਘੜਨ ਵਾਲੇ ਪਾਪੀ ਤੇ ਉਤਰਿਆ ਕਰਦੇ ਹਨ। 2:3 ਜਿਹੜੇ ਸ਼ੈਤਾਨਾਂ ਵੱਲ ਕੰਨ ਲਾਈ ਰੱਖਦੇ ਹਨ, ਉਹਨਾਂ ਵਿੱਚੋਂ ਬਹੁਤੇ ਝੂਠੇ ਹੁੰਦੇ ਹਨ। 2:4 ਕਵੀਆਂ ਪਿੱਛੇ ਤਾਂ ਕੁਰਾਹੀਏ ਹੀ ਲੱਗਦੇ ਹਨ। 2:5 ਕੀ ਤੁਸੀਂ ਨਹੀਂ ਵੇਖਿਆ ਕਿ ਉਹ ਕਵੀ ਹਰੇਕ ਖਿਆਲੀ ਘਾਟੀ ਵਿੱਚ ਟੱਕਰਾਂ ਮਾਰਦੇ ਫਿਰਦੇ ਹਨ। 2:6 ਅਤੇ ਉਹ ਅਜਿਹੀਆਂ ਗੱਲਾਂ ਕਹਿੰਦੇ ਹਨ ਜੋ ਉਹ ਆਪ ਨਹੀਂ ਕਰਦੇ। 2:7 ਛੁੱਟ ਉਹਨਾਂ ਕਵੀਆਂ ਤੋਂ ਜਿਹੜੇ ਈਮਾਨ ਲਿਆਏ ਅਤੇ ਚੰਗੇ ਕੰਮ ਕੀਤੇ ਅਤੇ ਅੱਲਾਹ ਨੂੰ ਵੀ ਵੱਧ ਤੋਂ ਵੱਧ ਯਾਦ ਕੀਤਾ ਅਤੇ ਜਦੋਂ ਉਹਨਾਂ ਤੇ ਜ਼ੁਲਮ ਹੋਇਆ ਤਾਂ ਉਹਨਾਂ ਨੇ ਉਸ ਦਾ ਬਦਲਾ ਕਲਮ ਤੇ ਹਥਿਆਰ ਰਾਹੀਂ ਲਿਆ। ਜ਼ਾਲਮ ਛੇਤੀ ਹੀ ਜਾਣ ਲੈਣਗੇ ਕਿ ਕਿਸ ਦੁਖਦਾਈ ਪਰਤਣ ਵਾਲੀ ਥਾਂ ਉਹ ਪਰਤਣਗੇ।